TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਔਰ ਦੋਸਤੋ, ਅੱਜ ਫਿਰ ਇੱਕ ਵਾਰ ਕੁਝ ਖਬਰਾਂ ਰਲ ਮਿਲ ਕੇ ਉਹਨਾਂ ਤੇ ਵਿਚਾਰ ਵਟਾਂਦਰਾ ਕਰੀਏ। ਪਰ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਜਾਣਕਾਰੀ ਦਿਆਂ ਕਿ ਖਬਰਾਂ ਕਿਹੜੀਆਂ ਨੇ ਜਿਨ੍ਹਾਂ ਦੇ ਉੱਤੇ ਵਿਸਥਾਰ ਸਹਿਤ ਗੱਲਬਾਤ ਕਰਨੀ ਬਣਦੀ ਹੈ। ਇੱਕ ਲੀਕ ਹੋਈ ਰਿਪੋਰਟ ਦਾ ਖੁਲਾਸਾ, ਅਮਰੀਕੀ ਚੋਣਾਂ ਵਿੱਚ ਰੂਸ ਨੇ ਦਾਖਲ ਅੰਦਾਜ਼ੀ ਦੀ ਕੀਤੀ ਕੋਸ਼ਿਸ਼। ਧੋਖਾਧੜੀ ਦੇ ਮਾਮਲੇ ਵਿੱਚ ਇੱਕ ਭਾਰਤੀ ਵਿਅਕਤੀ ਨੂੰ ਅਮਰੀਕਾ ਵਿੱਚ ਸੁਣਾਈ ਗਈ ਕੈਦ ਦੀ ਸਜ਼ਾ। ਕੈਨੇਡਾ ਵਿੱਚ ਇੱਕ ਪੰਜਾਬੀ ਵਿਅਕਤੀ ਤੇ ਧੋਖਾਧੜੀ ਕਰਨ ਦੇ ਦੋਸ਼ ਆਇਦ। ਕੈਨੇਡਾ ਡੇ ਤੱਕ ਕੈਨੇਡਾ ਦੇ ਵਿੱਚ ਸਾਰੇ ਅਡਲਟਸ ਨੂੰ ਲੱਗ ਜਾਏਗਾ ਕਰੋਨਾ ਦਾ ਟੀਕਾ। ਉੱਤਰਾਖੰਡ ਦੇ ਨਵੇਂ ਬਣੇ ਮੁੱਖ ਮੰਤਰੀ ਆਪਣੇ ਬਿਆਨ ਕਾਰਨ ਵਿਵਾਦਾਂ ਵਿੱਚ। ਖਡੂਰ ਸਾਹਿਬ ਨੇੜੇ ਗੈਂਗਵਾਰ, ਗੋਲੀ ਚੱਲੀ, ਬੇਕਸੂਰ ਬਜ਼ੁਰਗ ਔਰਤ ਦੀ ਗਈ ਜਾਨ। ਸੰਯੁਕਤ ਕਿਸਾਨ ਮੋਰਚਾ ਵੱਲੋਂ 24 ਮਾਰਚ ਨੂੰ ਸਰਹੰਦ ਵਿੱਚ ਹੋਵੇਗੀ ਕਿਸਾਨ ਮਜ਼ਦੂਰ ਮਹਾਰੈਲੀ। ਨਾਈਟ ਕਰਫਿਊ ਦੌਰਾਨ ਪੁਲਿਸ ਦੀ ਸਖਤੀ, ਦੁਕਾਨਾਂ ਬੰਦ, ਠੇਕੇ ਖੁੱਲ੍ਹੇ। ਦਿੱਲੀ ਮੋਰਚੇ ਤੋਂ ਪਰਤੇ ਕਿਸਾਨ ਆਗੂ ਦੀ ਹੋਈ ਮੌਤ ਅਤੇ ਸਰਕਾਰੀ ਦਾਅਵਿਆਂ ਦੀ ਅੱਜ ਫਿਰ ਨਿਕਲੀ ਫੂਕ। ਵਸੂਲੀ ਦਾ ਨੋਟਿਸ ਮਿਲਣ ਤੇ ਇੱਕ ਕਿਸਾਨ ਨੇ ਲਿਆ ਫਾਹਾ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਅੱਜ ਦੇ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੋਂ ਕੀਤੀ ਜਾਣੀ ਹੈ। ਇਹਦੇ ਤੋਂ ਪਹਿਲਾਂ ਕਿ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂ, ਤੁਹਾਨੂੰ ਸਭਨਾਂ ਨੂੰ ਅਪੀਲ ਹੈ, ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲੈਣੀ ਤਾਂ ਕਿ ਰੋਜ਼ਾਨਾ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ। ਅਸੀਂ ਰੋਜ਼ਾਨਾ ਤੁਹਾਡੇ ਲਈ ਲਾਈਵ ਪ੍ਰੋਗਰਾਮ ਵੀ ਪੇਸ਼ ਕਰਦੇ ਹਾਂ ਪੰਜਾਬ ਬੋਲਦਾ ਸਿਰਲੇਖ ਹੇਠ। BC ਵਿੱਚ ਵੈਨਕੂਵਰ ਦੇ ਸਮੇਂ ਦੇ ਮੁਤਾਬਕ ਸਵੇਰ ਦੇ 7 ਵਜੇ, ਪੰਜਾਬ ਦਾ ਸਮਾਂ ਸ਼ਾਮ ਦੇ 7:30 ਵਜੇ ਹੋਇਆ ਕਰਦਾ ਹੈ। ਉਹਦੇ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ। ਇਹਦੇ ਨਾਲ ਹੀ ਇੱਕ ਅੱਜ ਅਸੀਂ ਤੁਹਾਡੇ ਲਈ ਕਹਾਣੀ ਸੰਸਾਰ ਵਿੱਚ ਕਹਾਣੀ ਪੇਸ਼ ਕੀਤੀ ਹੈ, ਬੀਤਿਆ ਵੇਲਾ। ਮੈਂ ਦਾਅਵਾ ਕਰਦਾ ਕਿ ਤੁਹਾਨੂੰ ਤੁਹਾਡੇ ਬਚਪਨ ਦੇ ਦਿਨਾਂ ਵਿੱਚ ਜ਼ਰੂਰ ਲੈ ਕੇ ਜਾਵੇਗੀ। ਤੁਹਾਨੂੰ ਸਭ ਕੁਝ ਚੇਤਾ ਆ ਜਾਏਗਾ, ਪਰ ਜੇਕਰ ਤੁਸੀਂ ਉਹ ਦਿਨ ਹੰਢਾਏ ਨਹੀਂ, ਬਿਤਾਏ ਨਹੀਂ, ਤਾਂ ਫਿਰ ਤੁਸੀਂ ਸੋਚਣ ਵਾਸਤੇ ਮਜਬੂਰ ਹੋਵੋਗੇ ਕਿ ਉਹ ਦਿਨ ਕਿੰਨੇ ਚੰਗੇ ਹੁੰਦੇ ਸੀ। ਕੋਸ਼ਿਸ਼ ਕਰਿਓ, ਜੇ ਉਹ ਕਹਾਣੀ ਤੁਸੀਂ ਵੇਖੀ ਸੁਣੀ ਤਾਂ ਅੱਗੇ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ, ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਆਓ ਅੱਜ ਦੀਆਂ ਖਬਰਾਂ ਵੱਲ ਵਧੀਏ। ਅਮਰੀਕਾ ਦੇ ਵਿੱਚ ਬੀਤੇ ਵਰੇ 2020 ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਈਆਂ, ਜਿਸ ਦੇ ਵਿੱਚ ਉਸ ਵਕਤ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਹਾਰੇ ਤੇ ਜੋ ਬਾਈਡਨ ਨੂੰ ਜਿੱਤ ਨਸੀਬ ਹੋਈ। ਪਰ ਖਬਰਾਂ ਮਿਲ ਰਹੀਆਂ ਨੇ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਦੇ ਇਸ਼ਾਰੇ ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ। ਇਹ ਰਿਪੋਰਟਾਂ ਅੰਤਰਰਾਸ਼ਟਰੀ ਪੱਧਰ ਤੇ ਹੁਣ ਸਿਆਸਤ ਨੂੰ ਗਰਮਾ ਰਹੀਆਂ ਨੇ। ਇੱਕ ਖਬਰ ਏਜੰਸੀ ਦੇ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਪੁਤਨ ਨੂੰ ਚੋਣਾਂ ਵਿੱਚ ਦਾਖਲ ਅੰਦਾਜ਼ੀ ਦਾ ਖਮਿਆਜ਼ਾ ਹੁਣ ਭੁਗਤਣਾ ਪਏਗਾ। ਬਾਈਡਨ ਦੇ ਇਸ ਬਿਆਨ ਦੇ ਨਾਲ ਦੁਨੀਆ ਦੇ ਵਿੱਚ ਹੜਕੰਪ ਮਚ ਗਿਆ ਹੈ ਅਤੇ ਰੂਸ ਨੇ ਅੱਜ ਅਮਰੀਕਾ ਦੇ ਵਿੱਚ ਆਪਣੇ ਰਾਜਦੂਤ ਨੂੰ ਮਾਸਕੋ ਦੇ ਵਿੱਚ ਵਾਪਸ ਸੱਦ ਲਿਆ ਕਿ ਆ ਜਾ, ਅਮਰੀਕਾ ਦੇ ਵਿੱਚ ਆਪਣੀ ਹੁਣ ਜ਼ਰੂਰਤ ਨਹੀਂ। ਅਸਲ ਦੇ ਵਿੱਚ ਇੱਕ TV ਚੈਨਲ ਨੂੰ ਇੰਟਰਵਿਊ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਤੁਸੀਂ ਅੱਗੇ ਦੇਖਣਾ ਕਿ ਕੀ ਹੁੰਦਾ। ਜੋ ਉਹਨਾਂ ਨੇ ਕੀਤਾ ਉਸ ਲਈ ਉਹਨਾਂ ਨੂੰ ਕੀਮਤ ਉਹਦੀ ਚੁਕਾਉਣੀ ਪਏਗੀ। ਇਹ ਗੱਲਾਂ ਉਹਨਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਦੇ ਸੰਦਰਭ ਦੇ ਵਿੱਚ ਆਖੀਆਂ ਨੇ। ਉੱਥੇ ਹੀ ਰੂਸ ਨੇ ਅਮਰੀਕਾ ਦੀ ਖੁਫੀਆ ਵਿਭਾਗ ਦੀ ਰਿਪੋਰਟ ਦਾ ਮੁੱਢੋਂ ਹੀ ਖੰਡਨ ਕੀਤਾ, ਕਹਿੰਦੇ ਇੰਜ ਕੁਝ ਵੀ ਨਹੀਂ ਹੋਇਆ। ਪਰ ਜਾਣਕਾਰੀ ਮੁਤਾਬਕ ਰੂਸ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਗਲਤ ਹੈ ਕਿ ਪੁਤਨ ਦਾ ਇਹਨਾਂ ਸਾਜ਼ਿਸ਼ਾਂ ਦੇ ਵਿੱਚ ਕੋਈ ਹੱਥ ਸੀ। ਅਮਰੀਕਾ ਦੇ ਵਿੱਚ ਰੂਸੀ ਦੂਤਾਵਾਸ ਨੇ ਕਿਹਾ ਕਿ ਅਜਿਹੇ ਦੋਸ਼ ਸਾਡੇ ਮੁਲਕ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਉਧਰ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਅਮਰੀਕਾ ਦੀਆਂ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਦੇ ਇਸ਼ਾਰੇ ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਵੀ ਹੋਈਆਂ। ਰੂਸੀ ਖੁਫੀਆ ਏਜੰਸੀ ਨੇ ਟਰੰਪ ਦੇ ਸਹਿਯੋਗੀਆਂ ਨਾਲ ਮਿਲ ਕੇ ਜੋ ਬਾਈਡਨ ਦੇ ਖਿਲਾਫ ਯੂਕਰੇਨ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਵੀ ਕੀਤੀ, ਭਾਵੇਂ ਕਿ ਅਮਰੀਕਾ ਦੀ ਪੂਰੀ ਚੋਣ ਪ੍ਰਕਿਰਿਆ ਦੇ ਵਿੱਚ ਕੋਈ ਦਖਲ ਅੰਦਾਜ਼ੀ ਤਾਂ ਵੀ ਉਹ ਕਰ ਨਾ ਸਕੇ। ਅਸਲ ਵਿੱਚ ਅਮਰੀਕਾ ਦੀ ਖੁਫੀਆ ਏਜੰਸੀ ਦੀ ਇੱਕ ਗੁਪਤ ਰਿਪੋਰਟ ਲੀਕ ਹੋਈ ਹੈ। ਇਹ ਰਿਪੋਰਟ ਲੀਕ ਹੋਣ ਦੇ ਬਾਅਦ ਇਹ ਸਾਰੀਆਂ ਜਾਣਕਾਰੀਆਂ ਸਾਹਮਣੇ ਆਈਆਂ ਨੇ। ਖੁਫੀਆ ਏਜੰਸੀ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਚੋਣ ਪ੍ਰਕਿਰਿਆ ਦੌਰਾਨ
ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਵੱਡੇ ਪੱਧਰ ਤੇ ਕੀਤੀਆਂ ਗਈਆਂ। ਰਿਪੋਰਟ ਦੇ ਮੁਤਾਬਕ ਰੂਸ ਦੀ ਇਹਨਾਂ ਚੋਣਾਂ ਵਿੱਚ ਪ੍ਰਮੁੱਖ ਰਣਨੀਤੀ ਜੋ ਬਾਈਡਨ ਖਿਲਾਫ ਵੋਟਰਾਂ ਨੂੰ ਪ੍ਰਭਾਵਿਤ ਕਰਨਾ ਸੀ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਰੂਸ ਨੇ ਖੁਫੀਆ ਵਿਭਾਗ ਦੇ ਸੰਪਰਕ ਵਿੱਚ ਰਹਿਣ ਵਾਲੇ ਅਮਰੀਕੀ ਮੀਡੀਆ ਸੰਸਥਾਵਾਂ, ਸੰਗਠਨਾਂ, ਅਧਿਕਾਰੀਆਂ, ਮੁੱਖ ਲੋਕਾਂ ਅਤੇ ਕੁਝ ਅਜਿਹੇ ਲੋਕ ਜੋ ਟਰੰਪ ਦੇ ਕਰੀਬੀ ਸਨ, ਇਹਨਾਂ ਸਾਰਿਆਂ ਨੂੰ ਆਪਣਾ ਮਾਧਿਅਮ ਬਣਾਇਆ। ਰੂਸ ਦਾ ਉਦੇਸ਼ ਸਿਰਫ ਤੇ ਸਿਰਫ ਜੋ ਬਾਈਡਨ ਦੇ ਖਿਲਾਫ ਗੁੰਮਰਾਹਕੁਨ ਪ੍ਰਚਾਰ ਕਰਨਾ, ਬੇਬੁਨਿਆਦ ਦੋਸ਼ਾਂ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਕਰਨਾ ਸੀ। ਰੂਸ ਨੇ ਜੋ ਬਾਈਡਨ ਅਤੇ ਉਹਨਾਂ ਦੇ ਪਰਿਵਾਰ ਖਿਲਾਫ ਯੂਕਰੇਨ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਲਈ ਤਾਲਮੇਲ ਦਾ ਕੰਮ ਕੀਤਾ। ਇਸ ਲਈ ਟਰੰਪ ਦੇ ਵਕੀਲ ਨੇ ਇਹਦੇ ਵਿੱਚ ਕਹਿੰਦੇ ਪ੍ਰਮੁੱਖ ਭੂਮਿਕਾ ਅਦਾ ਕੀਤੀ। ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਅਮਰੀਕੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਇਹਨਾਂ ਕੋਸ਼ਿਸ਼ਾਂ ਦੇ ਪਿੱਛੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਿਰਦੇਸ਼ਨ ਕਰ ਰਹੇ ਸੀ ਤੇ ਈਰਾਨ ਅਤੇ ਚੀਨ ਨੇ ਵੀ ਆਪਣੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਦੱਸਿਆ ਗਿਆ ਇਸ ਰਿਪੋਰਟ ਦੇ ਵਿੱਚ ਹੈਕਰਾਂ ਦੀ ਵਰਤੋਂ ਵੀ ਕੀਤੀ ਗਈ, ਪਰ ਫਿਰ ਵੀ ਅਮਰੀਕਾ ਨੇ ਇਹ ਉਹਨਾਂ ਦੀਆਂ ਚਾਲਾਂ ਚੱਲਣ ਨਹੀਂ ਦਿੱਤੀਆਂ। ਹੁਣ ਆਹ ਰਿਪੋਰਟ ਆਉਣ ਤੋਂ ਬਾਅਦ ਜਿੱਥੇ ਅਮਰੀਕਾ ਤੇ ਰੂਸ ਇੱਕ ਵਾਰ ਫਿਰ ਆਪਸ ਦੇ ਵਿੱਚ ਆਮੋ ਸਾਹਮਣੇ ਨੇ, ਰੂਸ ਨੇ ਆਪਣੇ ਸਫੀਰ ਨੂੰ ਦੁਬਾਰਾ ਆਪਣੇ ਮੁਲਕ ਵਿੱਚ ਸੱਦ ਲਿਆ ਹੈ ਤੇ ਉਹਦੇ ਨਾਲ ਦੁਨੀਆ ਭਰ ਦੀ ਰਾਜਨੀਤੀ ਦੇ ਵਿੱਚ ਇਸ ਵਕਤ ਖਲਬਲੀ ਹੈ। ਅਗਲੀ ਖਬਰ ਵੀ ਉਹ ਅਮਰੀਕਾ ਵਾਲੇ ਪਾਸੇ ਹੋਈ ਹੈ। ਅਮਰੀਕਾ ਵਾਲੇ ਪਾਸੇ ਹੋਈ ਹੈ। ਅਮਰੀਕਾ ਦੇ ਵਿੱਚੋਂ ਧੋਖਾ ਧੜੇ ਦੀ ਖਬਰ ਮਿਲੀ ਹੈ। ਤੁਸੀਂ ਇਹ ਦੇਖੋ ਕਿ ਅਸੀਂ ਕਿਹੜੇ ਮੁਲਕ ਵਿੱਚ ਕਿੱਥੋਂ ਚੱਲ ਕੇ ਤੇ ਕਿੱਥੇ ਆ ਗਏ ਹਾਂ। ਪੈਸੇ ਸਾਨੂੰ ਉਨੀ ਕੀ ਚਾਹੀਦੀ ਹੈ ਜਿੰਨੇ ਕਿ ਸਾਡੇ ਗੁਜ਼ਾਰੇ ਜੋਗੇ ਸਾਨੂੰ ਬਣਦੇ ਰਹਿਣ। ਧੋਖਾ ਧੜੀ ਜਿਹੜੇ ਲੋਕ ਕਰਦੇ ਆ ਕਿ ਉਹ ਰੋਟੀ ਦੀ ਥਾਂ ਤੇ ਪੈਸਾ ਖਾਂਦੇ ਆ। ਹੁਣ ਜੇਲ੍ਹ ਦੀ ਕਾਲ ਕੋਠੜੀ 'ਚ ਬੈਠਣਾ, ਅਸਲ ਦੇ ਵਿੱਚ ਭਾਰਤੀ ਵਿਅਕਤੀ ਹੈ ਇੱਕ, ਜਿਹਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੁਣ ਬੈਠਣ ਵਾਸਤੇ ਮਜਬੂਰ ਹੋਣਾ ਪਿਆ। ਜਾਣਕਾਰੀ ਮਿਲੀ ਹੈ ਕਿ ਕਾਲ ਸੈਂਟਰ ਧੋਖਾਧੜੀ ਦਾ ਇੱਕ ਮਾਮਲਾ ਪ੍ਰਕਾਸ਼ ਵਿੱਚ ਆਇਆ, ਜਿਸ ਦੇ ਕਾਰਨ ਇੱਕ ਭਾਰਤੀ ਵਿਅਕਤੀ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਅਟਾਰਨੀ ਨੇ ਜਾਣਕਾਰੀ ਦਿੱਤੀ ਹੈ ਕਿ ਗੁੜਗਾਉਂ ਦੇ ਰਹਿਣ ਵਾਲੇ 29 ਵਰ੍ਹਿਆਂ ਦੇ ਸਾਹਿਲ ਨਾਰੰਗ ਨੂੰ ਅਮਰੀਕਾ ਦੇ ਵਿੱਚ ਮਈ 2019 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਨਾਰੰਗ ਨੂੰ ਅਮਰੀਕੀ ਨਾਗਰਿਕਾਂ, ਖਾਸ ਕਰਕੇ ਸੀਨੀਅਰ ਨਾਗਰਿਕਾਂ ਦੇ ਨਾਲ ਧੋਖਾਧੜੀ ਕਰਨ ਵਾਸਤੇ ਆਨਲਾਈਨ ਟੈਲੀਮਾਰਕੀਟਿੰਗ ਯੋਜਨਾਵਾਂ ਚਲਾਉਣ ਵਾਲੇ ਮੁੱਖ ਦੋਸ਼ੀਆਂ ਦੇ ਵਿੱਚੋਂ ਇੱਕ ਮੰਨਿਆ ਗਿਆ ਹੈ। ਕਾਰਜਕਾਰੀ ਅਮਰੀਕੀ ਅਟਾਰਨੀ ਰਿਚਰਡ ਵੀ ਨੇ ਦੱਸਿਆ ਕਿ ਬੀਤੇ ਵਰ੍ਹੇ ਦਸੰਬਰ ਵਿੱਚ ਨਾਰੰਗ ਨੇ ਆਪਣਾ ਅਪਰਾਧ ਕਬੂਲ ਵੀ ਕਰ ਲਿਆ ਸੀ ਅਤੇ ਅੱਜ ਉਸ ਨੂੰ 36 ਮਹੀਨੇ ਲਈ ਫੈਡਰਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਤੇ ਇਸ ਤੋਂ ਬਾਅਦ ਵੀ 3 ਸਾਲਾਂ ਤੱਕ ਉਸ ਦੇ ਉੱਤੇ ਫਿਰ ਤੋਂ ਨਜ਼ਰ ਰੱਖੀ ਜਾਏਗੀ। ਅਦਾਲਤ ਵਿੱਚ ਦਿੱਤੀ ਜਾਣਕਾਰੀ ਦੇ ਮੁਤਾਬਕ 30 ਅਗਸਤ 2019 ਤੋਂ ਲੈ ਕੇ 1 ਮਈ 2019 ਦੇ ਵਿੱਚ ਨਾਰੰਗ ਨੇ ਹੋਰ ਲੋਕਾਂ ਨਾਲ ਮਿਲ ਕੇ ਆਪਣੀਆਂ ਯੋਜਨਾਵਾਂ ਦੀ ਆੜ ਵਿੱਚ ਹਜ਼ਾਰਾਂ ਲੋਕਾਂ ਨਾਲ ਧੋਖਾਧੜੀ ਕੀਤੀ ਅਤੇ ਉਹਨਾਂ ਨੂੰ ਲਗਭਗ 15 ਲੱਖ ਤੋਂ 30 ਲੱਖ ਅਮਰੀਕੀ ਡਾਲਰਾਂ ਦਾ ਨੁਕਸਾਨ ਪਹੁੰਚਾਇਆ। FBI ਦੀ ਜਾਂਚ ਮੁਤਾਬਕ 9 ਮਹੀਨੇ ਦੀ ਮਿਆਦ ਵਿੱਚ ਨਾਰੰਗ ਨੇ ਰੋਜ਼ਾਨਾ ਔਸਤਨ 70 ਤੋਂ ਵੱਧ ਫੋਨ ਕਾਲ ਕੀਤੀਆਂ ਅਤੇ ਕਾਲ ਸੈਂਟਰਾਂ ਨੂੰ ਟ੍ਰਾਂਸਫਰ ਕੀਤੀਆਂ ਅਤੇ ਅਜਿਹਾ ਅਨੁਮਾਨ ਹੈ ਕਿ ਉਸ ਦੀ ਧੋਖਾਧੜੀ ਵਾਲੀਆਂ ਯੋਜਨਾਵਾਂ 30% ਤੱਕ ਸਫਲ ਵੀ ਹੋਈਆਂ। ਹੁਣ ਜਿਹੜੀ ਧੋਖਾਧੜੀ ਵਾਲੇ ਕਾਲ ਸੈਂਟਰਾਂ ਤੋਂ ਫੋਨ ਆਉਂਦੇ ਆ, ਇਹ ਸ਼ਾਇਦ ਤੁਹਾਨੂੰ ਵੀ ਆਏ ਹੋਣ, ਇਹ ਮੈਨੂੰ ਵੀ ਆਉਂਦੇ ਆ। ਤੁਹਾਨੂੰ ਫੋਨ ਕਰਕੇ ਕਹਿਣਗੇ ਕਿ ਤੁਹਾਡਾ SIN ਨੰਬਰ, ਤੁਹਾਡਾ ਸੋਸ਼ਲ ਸਿਕਿਉਰਿਟੀ ਨੰਬਰ ਇਸ ਵਕਤ ਉਹ ਕ੍ਰਿਮੀਨਲ ਰੈਕਡ ਦੇ ਹੇਠ ਆ ਗਿਆ ਹੈ। ਜੇ ਤੁਸੀਂ ਸਾਡੀ ਗੱਲ ਨਾ ਸੁਣੀ, ਸਾਡੇ ਅਫਸਰ ਨਾਲ ਨਾ ਸੁਣੀ, ਤਾਂ ਤੁਹਾਨੂੰ ਰੈਵਨਿਊ ਕੈਨੇਡਾ ਵਾਲੇ ਜਾਂ ਭਾਈ ਇਹ ਸੰਬੰਧਿਤ ਵਿਭਾਗ ਵਾਲੇ ਫੜਨ ਵਾਸਤੇ ਆਉਣਗੇ, ਪੁਲਿਸ ਤੁਹਾਨੂੰ ਗ੍ਰਿਫਤਾਰ ਕਰਕੇ ਲੈ ਜਾਏਗੀ। ਮੇਰਾ ਸਭ ਤੋਂ ਪਹਿਲਾਂ ਉਹਨਾਂ ਨੂੰ ਇਹੋ ਹੀ ਸਵਾਲ ਹੁੰਦਾ ਕਿ ਜੇਕਰ ਮੇਰੇ ਨਾਂ ਤੇ ਜਾਂ ਮੇਰੇ SIN ਨੰਬਰ ਦੇ ਉੱਤੇ ਕੋਈ ਫਰਾਡ ਹੋਇਆ ਜਾਂ ਕੀਤਾ, ਮੇਰਾ SIN ਨੰਬਰ ਦੱਸਿਓ ਕੀ ਹੈ, ਮੇਰਾ ਤੁਸੀਂ ਮੈਨੂੰ ਨਾ ਹੀ ਦੱਸ ਦਿਓ ਕੀ ਹੈ। ਇਹਦੇ ਨਾਲ ਇੰਨਾ ਸੁਣਨ ਦੇ ਬਾਅਦ ਹੀ ਉਹ ਕਈ ਵਾਰੀ ਫੋਨ ਕੱਟ ਜਾਂਦੇ ਤੇ ਕਈ ਵਾਰੀ ਉਹ ਗਾਲਾਂ ਕੱਢਦੇ ਹੈ। ਤੇ ਉੱਥੋਂ ਐਨ ਸਪਸ਼ਟ ਹੋ ਜਾਂਦਾ ਹੈ ਕਿ ਇਹ ਜਿਹੜੇ ਕਾਲ ਸੈਂਟਰ ਚੱਲ ਰਹੇ ਨੇ, ਇਹਨਾਂ ਵਿੱਚੋਂ ਬਹੁਤ ਸਾਰੇ ਭਾਰਤ ਵਿੱਚੋਂ ਚੱਲ ਰਹੇ ਨੇ। ਉਹਨਾਂ ਵਿੱਚ ਬਹੁਤ ਸਾਰਿਆਂ ਦਾ ਜਦੋਂ ਐਕਸੈਂਟ ਬੋਲਦੇ ਆ ਉਹ ਇੰਡੀਅਨ ਹੁੰਦਾ, ਅੰਗਰੇਜ਼ੀ ਬੋਲਦਿਆਂ ਦਾ ਪਤਾ ਲੱਗਦਾ, ਤੇ ਦੂਸਰਾ ਉਹ ਹਿੰਦੀ ਤੇ ਪੰਜਾਬੀ ਵਿੱਚ ਗਾਲਾਂ ਵੀ ਕੱਢਣ ਲੱਗ ਪੈਂਦੇ ਹੈ। ਬਹੁਤ ਸਾਰੇ ਲੋਕ ਇਹਨਾਂ ਠੱਗੀਆਂ ਦਾ ਸ਼ਿਕਾਰ ਕੈਨੇਡਾ ਵਿੱਚ ਵੀ ਹੋਏ ਆ ਤੇ ਹੋਰਨਾਂ ਮੁਲਕਾਂ ਵਿੱਚ ਵੀ ਹੋ ਰਹੇ ਹੋਣਗੇ। ਤੇ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਕੁਝ ਵਰ੍ਹੇ ਪਹਿਲਾਂ ਕੈਨੇਡਾ ਅਤੇ ਦਿੱਲੀ ਦੀ ਪੁਲਿਸ ਨੇ ਇੱਕ ਸਾਂਝਾ ਆਪਰੇਸ਼ਨ ਕਰਕੇ
ਕੁਝ ਲੋਕਾਂ ਨੂੰ ਦਿੱਲੀ ਦੇ ਵਿੱਚੋਂ ਗ੍ਰਿਫਤਾਰ ਵੀ ਕੀਤਾ ਸੀ, ਪਰ ਹਾਲੇ ਵੀ ਇਹ ਕਾਲ ਸੈਂਟਰ ਚਲਾਉਣ ਵਾਲੇ ਬਾਜ਼ ਆ ਨਹੀਂ ਰਹੇ। ਆ ਤਾਜ਼ਾ ਖਬਰ ਹੈ ਕਿ ਇੱਕ ਗੁੜਗਾਉਂ ਦਾ ਰਹਿਣ ਵਾਲਾ ਵਿਅਕਤੀ ਅਮਰੀਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ 3 ਸਾਲ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ ਹੈ। ਤੇ ਕਹਿੰਦੇ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾ ਕੱਲੀ। ਜਦੋਂ ਅਮਰੀਕਾ ਵਾਲੇ ਪਾਸੋਂ ਇਸ ਤਰ੍ਹਾਂ ਦੀ ਖਬਰ ਮਿਲੀ ਤੇ ਕੈਨੇਡਾ ਵਾਲੇ ਪਾਸੋਂ ਵੀ ਆ ਗਏ, ਕਹਿੰਦੇ ਅਸੀਂ ਵੀ ਭਾਈ ਇਹ ਕੰਮ ਕਰ ਸਕਦੇ ਹਾਂ, ਇਕੱਲੀ ਧੋਖਾਧੜੀ ਉਧਰ ਅਮਰੀਕਾ 'ਚ ਰਹਿੰਦੀ ਲੋਕ ਥੋੜੀ ਕਰ ਸਕਦੇ ਆ। ਬੀਤੇ ਦਿਨੀ ਜਾਣਕਾਰੀ ਮਿਲੀ ਕਿ ਵਿਨੀਪੈਗ ਦੀ ਇੱਕ ਲਿਮੋਜ਼ਿਨ ਕੰਪਨੀ ਦਾ ਨਾਮ ਹਾਲੀਵੁੱਡ ਲਿਮੋ ਸਰਵਿਸ, ਉਸ ਦੇ ਮਾਲਕ ਵਿਨੀਪੈਗ ਦੇ ਰਹਿਣ ਵਾਲੇ 36 ਵਰ੍ਹਿਆਂ ਦੇ ਰੁਪਿੰਦਰ ਸਿੰਘ ਬਰਾੜ ਨੂੰ ਵਿਨੀਪੈਗ ਪੁਲਿਸ ਦੀ ਵਿੱਤੀ ਅਪਰਾਧ ਇਕਾਈ ਦੁਆਰਾ ਲਗਭਗ 2 ਸਾਲਾਂ ਦੀ ਜਾਂਚ ਤੋਂ ਬਾਅਦ ਬਹੁਤ ਸਾਰੇ ਧੋਖਾਧੜੀ ਦੇ ਮਾਮਲੇ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੇ ਤਹਿਤ ਚਾਰਜ ਕਰ ਲਿਆ ਗਿਆ। ਦੋਸ਼ ਆਇਦ ਕਰ ਦਿੱਤੇ ਗਏ ਨੇ। ਜਾਣਕਾਰੀ ਮਿਲੀ ਹੈ ਕਿ ਇਸ ਨੌਜਵਾਨ ਦਾ ਜਿਹੜਾ ਪਿਛੋਕੜ ਹੈ ਮੁਕਤਸਰ ਸਾਹਿਬ ਨਾਲ ਸੰਬੰਧਿਤ ਹੈ। ਰੁਪਿੰਦਰ ਸਿੰਘ ਬਰਾੜ ਨੇ ਵੱਖੋ-ਵੱਖ ਦੋਸ਼ਾਂ ਰਾਹੀਂ ਲੱਖਾਂ ਡਾਲਰਾਂ ਦੀ ਧੋਖਾਧੜੀ ਕੀਤੀ ਹੈ। ਵਿਨੀਪੈਗ ਪੁਲਿਸ ਨੇ ਜਿਹੜੇ ਦੋਸ਼ ਲਾਏ ਆ ਉਹਨਾਂ ਦੇ ਮੁਤਾਬਕ ਬੀਤੀ 2 ਜੁਲਾਈ 2018 ਅਤੇ 10 ਅਕਤੂਬਰ 2019 ਦੇ ਵਿਚਕਾਰ 23 ਵੱਖ-ਵੱਖ ਕ੍ਰੈਡਿਟ ਕਾਰਡਾਂ ਦੀ ਵਰਤੋਂ ਦੇ ਨਾਲ ਉਹ ਦੋਸ਼ ਉਹਦੇ ਤੇ ਅਣਅਧਿਕਾਰਤ ਲੈਣ ਦੇਣ ਵਾਸਤੇ ਇਸ ਰੁਪਿੰਦਰ ਬਰਾੜ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਲਿਮੋ ਸਰਵਿਸ ਦੇ ਵੱਲੋਂ ਲਗਭਗ 1 ਮਿਲੀਅਨ ਦੇ ਕਰੀਬ ਡਾਲਰ ਜੋ ਧੋਖਾਧੜੀ ਰਾਹੀਂ ਇਕੱਠੇ ਕੀਤੇ ਗਏ ਸਨ ਅਤੇ ਬਾਅਦ ਵਿੱਚ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ ਗਏ। ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਤੁਸੀਂ ਦੇਖੋ ਕਿ ਅਸੀਂ ਕਿੱਥੋਂ ਉੱਠ ਕੇ ਤੇ ਕਿਹੜੇ ਮੁਲਕ ਵਿੱਚ ਆ ਗਏ ਹਾਂ। ਠੱਗੀਆਂ ਮਾਰਦੇ ਹਾਂ। ਜਦੋਂ ਆਹ ਖਬਰ ਅੰਗਰੇਜ਼ੀ ਅਖਬਾਰਾਂ ਵਿੱਚ ਲੱਗਦੀ ਹੈ ਤਾਂ ਉੱਥੇ ਜਾਂਦਾ ਇੰਡੋ ਕੈਨੇਡੀਅਨ ਲਿਖਿਆ ਹੁੰਦਾ ਜਾਂ ਪੰਜਾਬੀ ਲਿਖਿਆ ਹੁੰਦਾ। ਬਹੁਤ ਸਾਰੇ ਲੋਕ ਜਦੋਂ ਫਿਰ ਕਿਸੇ ਪਾਸੇ ਬਾਹਰ ਜਾਈਦਾ ਉਹ ਪੁੱਛਦਾ ਕਿ ਪੰਜਾਬੀ ਭਾਈਚਾਰਾ ਭਾਈ ਤੁਹਾਡਾ ਇਸ ਤਰ੍ਹਾਂ ਦੇ ਕੰਮ ਕਰਦਾ, ਕਿਉਂਕਿ ਭਾਵੇਂ ਇਸ ਇੱਕ ਖਬਰ ਦੇ ਨਾਲ ਸਮੁੱਚੇ ਭਾਈਚਾਰੇ ਨੂੰ ਆਪਾਂ ਬਰਸ਼ ਪੇਂਟ ਨਹੀਂ ਕਰ ਸਕਦੇ, ਪਰ ਦੂਸਰੇ ਭਾਈਚਾਰਿਆਂ ਨੂੰ ਜਵਾਬ ਦੇਣ ਜੋਗੇ ਤਾਂ ਅਸੀਂ ਹੁੰਨੇ ਆ। ਭਾਵੇਂ ਇੱਕ ਵਿਅਕਤੀ ਜੇਕਰ ਕੋਈ ਤਰੱਕੀ ਕਰਦਾ ਫਿਰ ਕਿਤੇ ਸਮੁੱਚੇ ਭਾਈਚਾਰੇ ਦੀ ਪ੍ਰਾਪਤੀ ਆਪਾਂ ਗਿਣਦੇ ਨਹੀਂ, ਫਿਰ ਵੀ ਕਹਿੰਦੇ ਆ ਕਿ ਆਹ ਭਾਈ ਪੰਜਾਬੀ ਭਾਈਚਾਰਾ ਸੀ। ਹੁਣ ਰਣਜੀਤ ਸਿੰਘ ਤੁਹਾਨੂੰ ਪਤਾ ਹੈ ਕਿ ਕਿਸਾਨ ਸੰਘਰਸ਼ ਤੇ ਬੈਠਾ, ਉਹਦੀ ਕੁੱਟਮਾਰ ਵੀ ਹੋਈ, ਉਹਦੇ ਤੇ ਮੁਕੱਦਮਾ ਵੀ ਦਰਜ ਹੋ ਗਿਆ। ਲਗਭਗ 45 ਦਿਨਾਂ ਤੋਂ ਬਾਅਦ ਉਸ ਨੂੰ ਜ਼ਮਾਨਤ ਵੀ ਮਿਲ ਗਈ ਤੇ ਅੱਜ ਦਰਬਾਰ ਸਾਹਿਬ ਨਤਮਸਤਕ ਵੀ ਹੋ ਕੇ ਆਇਆ ਤੇ ਉਹਦੇ ਉੱਤੇ ਮਾਣ ਸਮੁੱਚਾ ਭਾਈਚਾਰਾ ਕਰ ਰਿਹਾ ਨਾ ਕਿ ਸਾਡਾ ਸ਼ੇਰ। ਇਸੇ ਤਰ੍ਹਾਂ ਬੀਤੇ ਦਿਨਾਂ ਦੇ ਵਿੱਚ ਵੀ ਹੋਇਆ ਸੀ। ਪਰ ਜਦੋਂ ਇਸ ਤਰ੍ਹਾਂ ਦੀ ਖਬਰ ਕੋਈ ਸਾਡੇ ਭਾਈਚਾਰੇ ਨਾਲ ਜੋੜ ਕੇ ਦੱਸਦਾ ਤੇ ਸਾਨੂੰ ਦਰਦ ਹੁੰਦਾ ਕਿ ਭਾਈਚਾਰੇ ਦਾ ਨਾਮ ਕਿਉਂ ਨਾਲ ਜੋੜਿਆ ਜਾ ਰਿਹਾ ਹੈ। ਜਦੋਂ ਤਰੱਕੀ ਵਾਸਤੇ ਜਾਂ ਕੋਈ ਚੰਗੀ ਚੀਜ਼ ਵਾਸਤੇ ਭਾਈਚਾਰਾ ਕ੍ਰੈਡਿਟ ਲੈਂਦਾ ਹੈ ਤੇ ਫਿਰ ਕਿਤੇ ਨਾ ਕਿਤੇ ਦੂਸਰੇ ਭਾਈਚਾਰੇ ਸਾਨੂੰ ਪੁੱਛਦੇ ਜ਼ਰੂਰ ਹੈ ਕਿ ਪੰਜਾਬੀਓ ਆ ਕੀ ਕਰ ਰਹੇ ਹੋ, ਉਹ ਵੀ ਕੈਨੇਡਾ 'ਚ ਆ ਕੇ। ਤੇ ਅਗਲੀ ਖਬਰ ਵੀ ਕੈਨੇਡਾ ਦੇ ਨਾਲ ਸੰਬੰਧਿਤ ਹੈ। ਕਰੋਨਾ ਵਾਇਰਸ ਦਾ ਇੱਕ ਵਾਰ ਫਿਰ ਸਾਰੇ ਮੁਲਕਾਂ ਤੇ ਸਾਰੇ ਸੂਬਿਆਂ ਤੇ ਸਾਰੇ ਸ਼ਹਿਰਾਂ ਤੇ ਹੱਲਾ ਹੈ। ਪੰਜਾਬ ਵਾਲੇ ਪਾਸੋਂ ਵੀ ਖਬਰਾਂ ਆ ਰਹੀਆਂ ਨੇ ਕਿ 9 ਜ਼ਿਲ੍ਹਿਆਂ ਦੇ ਵਿੱਚ ਨਾਈਟ ਕਰਫਿਊ ਲਾ ਦਿੱਤਾ ਹੈ। ਉਹ ਖਬਰ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਆਹ ਖਬਰ ਮਿਲੀ ਹੈ ਕਿ ਕੈਨੇਡਾ ਦੇ ਵਿੱਚ ਕੈਨੇਡਾ ਡੇ ਤੱਕ ਸਾਰੇ ਅਡਲਟਸ ਨੂੰ ਵੀ ਕਹਿੰਦੇ ਹੁਣ ਕਰੋਨਾ ਦਾ ਟੀਕਾ ਲਾ ਦਿੱਤਾ ਜਾਏਗਾ। ਫੈਡਰਲ ਵੈਕਸੀਨ ਵੰਡ ਦੇ ਮੁਖੀ ਨੇ ਮੇਜਰ ਜਨਰਲ ਡੈਨੀ ਫੋਰਨਟੇ, ਉਹਨਾਂ ਨੇ ਦੱਸਿਆ ਕਿ ਕੈਨੇਡਾ ਵਿੱਚ ਇੰਨੀਆਂ ਕੁ ਵੈਕਸੀਨ ਦੀਆਂ ਖੁਰਾਕਾਂ ਪਹੁੰਚਣੀਆਂ ਤੈਅ ਹੋ ਗਈਆਂ ਨੇ ਕਿ ਕੈਨੇਡਾ ਡੇ ਜੋ ਕਿ 1 ਜੁਲਾਈ ਨੂੰ ਹੁੰਦਾ ਹੈ, ਕੈਨੇਡਾ ਡੇ ਦੇ ਮੌਕੇ ਤੱਕ ਕੈਨੇਡਾ ਦੇ ਸਾਰੇ ਅਡਲਟਸ ਨੂੰ ਵੀ ਵੈਕਸੀਨ ਦੀ ਪਹਿਲੀ ਖੁਰਾਕ ਮਿਲ ਸਕੇਗੀ। ਉਹਨਾਂ ਦੱਸਿਆ ਕਿ ਇਸ ਦੇ ਬਾਵਜੂਦ ਵੈਕਸੀਨ ਨਾਲ ਸੰਬੰਧਿਤ ਪ੍ਰੋਡਕਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਸ਼ੰਕਾਵਾਂ ਦੇ ਚੱਲਦਿਆਂ ਕੈਨੇਡਾ ਸਰਕਾਰ ਨੇ ਵੈਕਸੀਨ ਹਾਸਲ ਕਰਨ ਦੇ ਸਾਰੇ ਚਾਹਵਾਨਾਂ ਤੱਕ ਵੈਕਸੀਨ ਪਹੁੰਚਾਉਣ ਦੀ ਸਮੇਂ ਸੀਮਾ ਦੀ ਜਿਹੜੀ ਮਿਆਦ ਮਿੱਥੀ ਆ ਉਹ ਸਤੰਬਰ ਤੱਕ ਹੈ। ਪਰ ਕਹਿੰਦੇ ਅਸੀਂ ਸਤੰਬਰ ਆਉਣ ਨਹੀਂ ਦਿਆਂਗੇ, ਸਤੰਬਰ ਤੋਂ ਪਹਿਲਾਂ ਸਾਰਿਆਂ ਨੂੰ ਕੋਵਿਡ ਦੀ ਵੈਕਸੀਨ ਲੱਗ ਜਾਏਗੀ। ਕੈਨੇਡਾ ਦੇ ਡਿਪਟੀ ਚੀਫ ਪਬਲਿਕ ਹੈਲਥ ਆਫੀਸਰ ਨੇ ਡਾਕਟਰ ਹਾਵਰਡ, ਉਹਨਾਂ ਨੇ ਵੀ ਕਿਹਾ ਕਿ ਕੈਨੇਡਾ ਦੇ 80 ਸਾਲ ਤੋਂ ਵਧੇਰੀ ਉਮਰ ਦੇ 42% ਲੋਕਾਂ ਨੂੰ ਕੋਵਿਡ-19 ਦੀ ਵੈਕਸੀਨ ਲੱਗ ਚੁੱਕੀ ਹੈ। ਹੁਣ ਤੱਕ ਕੈਨੇਡਾ ਦੇ ਲਗਭਗ 7% ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਲੱਗ ਚੁੱਕੀ ਹੈ, ਜਦੋਂ ਕਿ 1.6% ਲੋਕਾਂ ਨੂੰ ਇਹ ਦੋਵੇਂ ਖੁਰਾਕਾਂ ਭਾਵੇਂ ਦੋਵੇਂ ਟੀਕੇ ਲੱਗ ਚੁੱਕੇ ਆ ਤੇ ਇਹਦੇ ਵਿੱਚ ਹੋਰ ਤੇਜ਼ੀ ਆਉਣ ਵਾਲੇ ਦਿਨਾਂ ਵਿੱਚ ਲਿਆਂਦੀ ਜਾ ਰਹੀ ਹੈ। ਤੇ ਹੁਣ ਆਪਾਂ ਚੱਲਦੇ ਹਾਂ ਭਾਰਤ ਵਾਲੇ ਪਾਸੇ। ਕਈ ਲੋਕ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ, ਜੇ ਇਹ ਕਹਾਣ ਮੈਂ ਕਹਿ ਦਿਆਂ ਕਿ ਮੁਰਦਾ ਬੋਲੂ ਤੇ ਕਫਨ ਫਾੜੂ, ਉਹਨਾਂ ਦੇ ਉੱਤੇ ਲਗਭਗ ਇਹ ਕਹਾਵਤ ਬਿਲਕੁਲ ਫਿੱਟ ਬੈਠਦੀ ਹੈ। ਭਾਰਤੀ ਜਨਤਾ ਪਾਰਟੀ ਵਿੱਚ ਵੀ ਕਈ ਇਸ ਤਰ੍ਹਾਂ ਦੇ ਲੀਡਰ ਨੇ ਤੇ ਕਈਆਂ ਹੋਰਨਾਂ ਪਾਰਟੀਆਂ ਵਿੱਚ ਵੀ ਇਸ ਤਰ੍ਹਾਂ ਦੇ ਲੀਡਰ ਨੇ।
उन्होंने जदों कोई बयान देना है तो वह विवादों में घिरते हैं, पता नहीं तो जानबुझ के इस तरह के बयान देंगे आ। नवे नवे मुख मंत्री बने ने, मुख मंत्री बने ने उत्तराखंड के, नाम है उन्होंने तीरथ सिंह रावत। चढ़ते चढ़ाए एक तत्ता जिहा बयान दे दिता तो सारे पासों हल्ला हो रहा उन्होंने। असल दे विच उत्तराखंड के नवे बने मुख मंत्री ने बीबियां दे पहरावे नूं लैके एक बयानबाजी कर दी है तो विवाद छिड़ गया। सोशल मीडिया ते बहस हो रही है। तृणमूल कांग्रेस की संसद मैंबर ने महुआ मोइत्रा, उन्होंने उत्तराखंड के मुख मंत्री रावत के बयान से तिखा हमला किया है। यह संसद मैंबर ने ट्वीट किया है, ट्विटर पर लिखा है कि उत्तराखंड के मुख मंत्री कहते हैं कि जदों हेठां वेख्या तो गम बूट सन, उपर वेख्या तो NGO चलाउंदी है अते गोडे फटे दिसते ने। वो कहंदी CM साहब जदों तुहानूं देखिया उपर हेठां अगे पिछे सानू सिर्फ एक बेशर्म आदमी नज़र आया, उहदे च होर कुछ नहीं आया। जदों तुहाडे वाल देखिया, उपर देखिया, हेठां देखिया, अगे पिछे देखिया तो सानू तुहाडे विचों बेशर्म आदमी नज़र आया। TMC संसद ने अगे लिखिया कि राज चलाउंदे हो अते दिमाग फटे दिसते आ तुहाडे। दसना बनता कि तीरथ सिंह रावत ने एक प्रोग्राम दौरान बयान दिता सी कि संस्कारां दी घाट विच नौजवान अजीबो गरीब फैशन कर रहे हैं। उन्होंने कहा कि कुड़ियां फटियां जीना पा के निकल रही ने। रावत के बयान से प्रियंका चतुर्वेदी ने भी टिप्पणी की है। उन्होंने कहा कि भारत के सभ्याचार और संस्कार से उन्होंने आदमियों तो फर्क पैंदा है जो बीबियां अते उन्हों के कपड़ियां राही उन्होंने जज करते हैं। सोच बदलो मुख मंत्री जी, ताही देश बदलेगा। गुल पनाग ने भी ट्वीट किया है। उन्हें अपनी धी की एक तस्वीर तुसीं देखो, कई होरनां ने भी ट्वीट किए हैं। उन्होंने उन्होंने तस्वीरां उस तरह दी फटियां जीन्स पा के ट्वीट कीतियां ने ते नाल समुचियां औरतां नूं आख्या कि इस तरह के जीना पाओ। अगे भी इस तरह के बयान आउंदे रहे ने। जदों किसी औरत नाल जबर जनाह हुंदा रहा तो लोग कहंदे सी इन्हां दे कपड़े ही इस तरह के ने। शाबाश तुहाडे कि तुहानूं कपड़े देख के किसी औरत के उत्ते तुहाडा मन इस तरह हराम हो जाता है तो तुसीं अपनी सोच बदलो। कैनेडा, अमरीका, बाहरले मुल्कों में तो कपड़े ही लोग इस तरह के पाउंदे हैं। इत्थों इस तरह दी किन्नियां क खबरां तुहानूं मिलदियां ने। एक पासे असीं कहने कि साडे बहुत साडे म्यार उच्चे है, साडी सोच उच्ची है, साडी सोच सुच्ची है, पर आ कपड़ियां तो जज करना औरतां नूं जां बंदियां नूं छड्ड दिओ। अगली खबर, अज ही कैप्टन अमरिंदर सिंह होरां ने एक लंबी चौड़ी प्रैस कॉन्फ्रेंस की। उहदे विच बीते 4 सालों का रिपोर्ट कार्ड दिता है। 85 पॉइंट ते लगभग 7% उन्होंने आख्या कि वादे पूरे कर लाए। उन्होंने इस गल का भी जिक्र किया कि आने वाले 1 साल दे विच पूरे वादे करांगे मुकम्मल जो भी असीं कीते सी लोकां नाल, फिर असीं लोकां कोलों वोट मंगण जावांगे। वादे उन्होंने बहुत सारे कीते सी। उन्होंने विच अज उन्होंने जिक्र भी किया कि असीं गैंगस्टर नूं नत्थ पा लई है, असीं नशे दा लक तोड़ दिता है, असीं लोकां दे कर्जे मुआफ कर दिते है, असीं घर घर नौकरियां दे रहे हां। वादे बड़े कीते हैं, पर मैनूं नहीं पता खोखले या नहीं, पर आ कई खबरां ने ਜਿਹੜੀਆਂ ਉਹਨਾਂ ਦੇ ਉੱਤੇ ਸਵਾਲੀਆ ਚਿੰਨ੍ਹ ਲਗਾਉਣਗੀਆਂ। ਵਿਧਾਨ ਸਭਾ ਹਲਕਾ ਖਡੂਰ ਸਾਹਿਬ ਪੈਂਦਾ, ਉਹਦੇ ਅਧੀਨ ਆਉਂਦਾ ਪਿੰਡ ਪਿੱਦੀ ਕਲੋਨੀਆਂ। ਜਾਣਕਾਰੀ ਮਿਲੀ ਹੈ ਕਿ ਪਿੰਡ ਪਿੱਦੀ ਕਲੋਨੀਆਂ ਦੇ ਵਿੱਚ ਬੀਤੀ ਦੇਰ ਰਾਤ ਗੈਂਗਵਾਰ ਹੋਈ ਹੈ। ਇਸ ਗੈਂਗਵਾਰ ਦੇ ਵਿੱਚ ਇੱਕ ਬਜ਼ੁਰਗ ਔਰਤ ਦੀ ਗੋਲੀ ਵੱਜਣ ਕਾਰਨ ਮੌਕੇ ਤੇ ਮੌਤ ਵੀ ਹੋਈ ਹੈ, ਜਦਕਿ ਇੱਕ ਗੰਭੀਰ ਜ਼ਖਮੀ ਵਿਅਕਤੀ ਹੈ। ਗੈਂਗਵਾਰ ਦੀ ਇਸ ਵਾਰਦਾਤ ਦੇ ਕਾਰਨ ਸਾਰੇ ਪਿੰਡ ਦੇ ਵਿੱਚ ਤੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੀ ਬਣਿਆ ਹੋਇਆ ਹੈ। इस मामले के संबंध में पिंड के किसानों का कहना है, लोगों का कहना है कि नशे के कारण सब कुछ हो रहा है, पर दूसरे पासे कैप्टन साहब कहते नशा लक तोड़ता। भारत भूषण आशू कहते नशे का लक तोड़ता। नशे कारण नौजवान कहते अपने आप तो बाहर हो रहे हैं, जिस कारण एक दूसरे के खून के जान के प्यासे हुए पे है। पिंड के लोगों ने कहा कि सरकारां कह कुछ रही ने, कर कुछ रही ने। वो कहते नशे नूं ठल पई हुई है, तो आ तस्वीर चक के वेख लो। वो कहते साडे पिंड पिद्दी विच गोलियां इन्नियां चलियां जिवें दिवाली नूं पटाके चलदे होण। पिस्तौलां दे खोल कहते आ साडे घरां दे बाहर पए आ। पिंड दे बच्चे चुक चुक के लिजा रहे आ। जिन्हां दे बच्चियां ते कहते गोलियां भराइयां गईयां, वो बजुर्ग माता पिता तो तुर भी नहीं सकते। रही गल कहते पुलिस प्रशासन की, वो तो इतलाह करने के बावजूद भी मौके ते नहीं पहुँचती, ना ही दिन नूं ते ना ही रात नूं। हुण जिहड़ी असल दे विच फिर जानकारी घोखण की कोशिश की कि होया की।
ਪਤਾ ਲੱਗਿਆ ਕਿ ਪਿੰਡ ਜਿਹੜਾ ਪੈਂਦਾ ਪਿੱਦੀ, ਉਹਦੇ ਵਿੱਚ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਆਉਂਦੇ ਆ ਤੇ ਗੋਲੀਆਂ ਦਾ ਮੀਂਹ ਵਰਾਉਣ ਲੱਗਦੇ ਆ। ਇਸੇ ਦੌਰਾਨ ਉਸ ਗੋਲੀਬਾਰੀ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਉੱਥੇ ਹੀ ਰਾਹ ਵਿੱਚ ਜਾਂਦੀ ਇੱਕ ਔਰਤ ਦੇ ਲੱਤ 'ਚ ਗੋਲੀ ਲੱਗੀ, ਜਿਸ ਨੂੰ ਤਰਨਤਾਰਨ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਜਿੱਥੇ ਖਬਰ ਮਿਲੀ ਹੈ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਤੇ ਜਾਣਕਾਰੀ ਅਨੁਸਾਰ ਪਿੰਡ ਪਿੱਦੀ ਦੇ ਵਿੱਚ ਮੋਟਰਸਾਈਕਲ ਦੇ ਜਿਹੜੇ ਦੋ ਨੌਜਵਾਨ ਆਏ, ਤੁਸੀਂ ਦੇਖੋ ਕਿ ਉਹ ਗੋਲੀਆਂ ਵਰਾ ਰਹੇ ਨੇ। ਇਸੇ ਗੋਲੀਬਾਰੀ ਦੌਰਾਨ ਘਰੋਂ ਦੁੱਧ ਲੈਣ ਜਾ ਰਹੀ 70 ਵਰ੍ਹਿਆਂ ਦੀ ਮਹਿੰਦਰ ਕੌਰ ਨਾਮੀ ਔਰਤ ਜ਼ਖਮੀ ਹੋਈ, ਜਦੋਂ ਕਿ ਜਿਹੜੇ ਨੌਜਵਾਨ ਤੇ ਗੋਲੀਆਂ ਵਰਾਈਆਂ ਗਈਆਂ ਉਹਦੇ ਸ਼ਰੇ ਲੱਗੇ ਆ। ਦੋਵਾਂ ਜ਼ਖਮੀਆਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਮੈਂ ਦੱਸ ਰਿਹਾ ਕਿ ਮਹਿੰਦਰ ਕੌਰ ਅਕਾਲ ਚਲਾਣਾ ਕਰ ਗਏ ਨੇ, ਦਮ ਤੋੜ ਗਏ ਨੇ। ਜਦੋਂ ਘਟਨਾ ਦਾ ਕਹਿੰਦੇ ਪਤਾ ਲੱਗਿਆ ਤਾਂ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਪੁਲਿਸ ਪਾਰਟੀ ਸਮੇਤ ਉੱਥੇ ਪਹੁੰਚੇ। ਉਹਨਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ, ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਜਾਏਗੀ, ਜਦੋਂ ਕਿ ਮ੍ਰਿਤਕ ਔਰਤ ਦੇ ਪੁੱਤਰ ਦੇ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਹਰਭਿੰਦਰ ਸਿੰਘ ਭਿੰਦਾ ਨਾਮੀ ਨੌਜਵਾਨ, ਜਿਸ ਉੱਪਰ ਇਹਨਾਂ ਦੋ ਮੋਟਰਸਾਈਕਲ ਤੇ ਆਏ ਨੌਜਵਾਨਾਂ ਨੇ ਗੋਲੀਆਂ ਚਲਾਈਆਂ, ਉਹ ਜ਼ਖਮੀ ਹੈ। ਹਾਲੇ ਉਹ ਬਿਆਨ ਦੇਣ ਦੇ ਯੋਗ ਨਹੀਂ। ਇਹ ਗੋਲੀ ਅਸਲ ਦੇ ਵਿੱਚ ਕਿਉਂ ਚੱਲੀ, ਵਿਵਾਦ ਕੀ ਸੀ? ਕਹਿੰਦੇ ਜਿੰਨੀ ਦੇਰ ਹਰਭਿੰਦਰ ਸਿੰਘ ਬਿਆਨ ਨਹੀਂ ਦਿੰਦਾ ਉਨੀ ਦੇਰ ਪਤਾ ਨਹੀਂ ਲੱਗ ਸਕਦਾ, ਪਰ ਪਿੰਡ ਦੇ ਲੋਕਾਂ ਨੇ ਜਿਹੜੇ ਬਿਆਨ ਦਿੱਤੇ ਹੈ ਉਹ ਕਹਿੰਦੇ ਸਾਨੂੰ ਪਤਾ ਹੈ ਨਸ਼ੇ ਦੇ ਕਾਰਨ ਗੋਲੀ ਚੱਲੀ ਹੈ। ਗੋਲੀ ਐਂ ਚੱਲੀ ਜਿਵੇਂ ਦੀਵਾਲੀ ਨੂੰ ਪਟਾਕੇ ਚੱਲਦੇ ਹੁੰਦੇ ਨੇ। ਹੁਣ ਜਿੰਨੀਆਂ ਵੀ ਬੀਤੇ ਹਫ਼ਤੇ ਤੋਂ ਖਬਰਾਂ ਜਾਂ ਘਟਨਾਵਾਂ ਘਟ ਰਹੀਆਂ ਨੇ, ਪਿੰਡ ਦੇ ਲੋਕ ਦੱਸ ਰਹੇ ਨੇ ਕਿ ਕੌਣ ਵੇਚਣ ਆਉਂਦਾ, ਕੌਣ ਖਰੀਦਦਾ, ਕੌਣ ਖਾਂਦਾ, ਕੌਣ ਮਰ ਗਿਆ, ਕੌਣ ਮਰਵਾ ਰਿਹਾ ਹੈ। ਪਰ ਪੁਲਿਸ ਵਾਲੇ ਹਾਲੇ ਤਫਤੀਸ਼ ਕਰ ਰਹੇ ਨੇ ਤੇ ਉਧਰ ਕੈਪਟਨ ਸਾਹਿਬ ਕਹਿੰਦੇ ਨੇ ਕਿ ਨਸ਼ੇ ਨੂੰ ਨੱਥ ਪਾ ਲਈ। ਇਹ ਹੁਣ ਲੋਕਾਂ ਦੇ ਘਰਾਂ ਤੱਕ ਗੋਲੀਆਂ ਵੀ ਪਹੁੰਚਣ ਲੱਗ ਪਈਆਂ ਤੇ ਨਸ਼ਾ ਵੀ ਪਹੁੰਚਣ ਲੱਗ ਪਿਆ। ਤੇ ਨਾਲੇ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਕਿ ਗੋਲੀ ਤੇ ਕਿਸ ਦਾ ਨਾਂ ਨਹੀਂ ਲਿਖਿਆ ਹੁੰਦਾ। ਹੋ ਸਕਦਾ ਉਹ ਹਰਭਿੰਦਰ ਸਿੰਘ ਨੂੰ ਹੀ ਗੋਲੀ ਦਾ ਨਿਸ਼ਾਨਾ ਬਣਾਉਣ ਆਏ ਹੋਣ, ਪਰ ਮਰਿਆ ਕੌਣ? 70 ਵਰ੍ਹਿਆਂ ਦੀ ਮਹਿੰਦਰ ਕੌਰ, ਜਿਹੜੀ ਦੁੱਧ ਲੈਣ ਜਾ ਰਹੀ ਸੀ। ਸੋ ਇਸ ਕਰਕੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਜ਼ਮੀਨੀ ਹਕੀਕਤਾਂ ਨੂੰ ਵੇਖੇ। ਪ੍ਰੈਸ ਕਾਨਫਰੰਸ ਕਰਨ ਨਾਲ ਕੁਝ ਨਹੀਂ ਬਣਦਾ, ਕੋਈ ਪ੍ਰੈਸ ਕਾਨਫਰੰਸ ਨਹੀਂ ਕਰਨੀ ਪੈਣੀ। ਜੇ ਕੰਮ ਕੀਤਾ ਹੋਵੇ ਤਾਂ ਲੋਕ ਆਪ ਕਹਿਣਗੇ, ਆਪ ਸੋਲੇ ਗਾਉਣਗੇ ਕਿ ਵੀ ਨਸ਼ਾ ਵੀ ਬੰਦ ਹੋ ਗਿਆ, ਘਰ ਘਰ ਨੌਕਰੀ ਵੀ ਮਿਲ ਗਈ ਤੇ ਕਰਜ਼ ਵੀ ਮੁਆਫ ਹੋ ਗਿਆ। ਅਗਲੀ ਇੱਕ ਹੋਰ ਖਬਰ ਵੀ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀ ਕਰਦਾ ਹਾਂ, ਪਰ ਥੋੜਾ ਆਪਾਂ ਕਿਸਾਨੀ ਮੋਰਚੇ ਦੀ ਵੀ ਗੱਲ ਕਰੀਏ। ਯਾਦ ਹੋਣਾ ਹੈ ਕਿ 26 ਤਰੀਕ ਨੂੰ 4 ਮਹੀਨੇ ਹੋ ਜਾਣੇ ਨੇ। ਥਾਂ ਥਾਂ ਦੇ ਉੱਤੇ ਮਹਾ ਪੰਚਾਇਤਾਂ ਹੋ ਰਹੀਆਂ ਨੇ। ਉਧਰ ਰਾਜਸਥਾਨ ਵਾਲੇ ਪਾਸੋਂ ਖਬਰ ਮਿਲੀ ਕਿ ਉੱਥੇ ਰੁਲਦੂ ਸਿੰਘ ਮਾਨਸਾ ਗਏ ਹੋਏ ਪੱਤਰਕਾਰ ਨੇ ਇੱਕ ਨੇ ਪੁੱਛ ਲਿਆ ਕਿ ਮੋਦੀ ਮੁਲਾਕਾਤ ਕਰੇਗਾ ਫਿਰ ਗੱਲ ਬਣੇਗੀ। ਉਹ ਕਹਿੰਦੇ ਮੋਦੀ ਨੂੰ ਅਸੀਂ ਜੱਫੀ ਪਾਉਣੀ ਹੈ। ਕੋਈ ਵੀ ਬੰਦਾ ਹੋਵੇ, ਭਾਵੇਂ ਕੋਈ ਮੰਤਰੀ ਹੋਵੇ, ਭਾਵੇਂ ਕੋਈ ਉਹਨਾਂ ਦਾ ਅਹਿਲਕਾਰ ਹੋਵੇ, ਉਹ ਕਾਨੂੰਨ ਰੱਦ ਕਰ ਦੇਵੇ। ਇਸ ਤਾਂ ਕਾਨੂੰਨ ਰੱਦ ਚਾਹੁੰਦੇ ਆ ਅਸੀਂ। ਮੋਦੀ ਨੂੰ ਮਿਲ ਕੇ ਕੋਈ ਜੱਫੀ ਪਾਉਣ ਦੇ ਸ਼ੌਕੀਨ ਨਹੀਂ ਕਿ ਆਓ ਜੀ ਅਸੀਂ ਤੁਹਾਨੂੰ ਮਿਲਣੀ ਕਰਨੀ ਹੈ, ਜੱਫੀ ਪਾਉਣੀ ਹੈ। ਕਿਸਾਨ ਆਗੂ ਤਾਂ ਇੱਥੋਂ ਤੱਕ ਆਖ ਰਹੇ ਨੇ। ਹੁਣ ਖਬਰ ਮਿਲ ਰਹੀ ਹੈ ਕਿ ਆੜਤੀ ਐਸੋਸੀਏਸ਼ਨ, ਕਿਸਾਨ ਅਤੇ ਸਰਪੰਚ ਆਗੂਆਂ ਨੇ ਅਨਾਜ ਮੰਡੀ ਸਰਹੰਦ ਦੇ ਵਿੱਚ ਇੱਕ ਸਾਂਝੀ ਮੀਟਿੰਗ ਕੀਤੀ ਤੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ 24 ਮਾਰਚ ਨੂੰ ਸਰਹੰਦ ਦੀ ਅਨਾਜ ਮੰਡੀ ਦੇ ਵਿੱਚ ਮਹਾ ਕਿਸਾਨ ਮਜ਼ਦੂਰ ਏਕਤਾ ਰੈਲੀ ਕੀਤੀ ਜਾਏਗੀ, ਜਿਸ ਦੇ ਵਿੱਚ ਭਾਰਤ ਭਰ ਦੇ ਕਿਸਾਨ ਆਗੂਆਂ ਤੇ ਉੱਘੇ ਗਾਇਕਾਂ ਤੋਂ ਇਲਾਵਾ ਪੰਜਾਬ ਭਰ ਤੋਂ ਕਿਸਾਨ ਵੀ, ਆੜਤੀਏ ਵੀ, ਮਜ਼ਦੂਰ ਵੀ, ਵਪਾਰੀ ਵੀ, ਹਜ਼ਾਰਾਂ ਲੋਕ ਸ਼ਾਮਲ ਹੋਣਗੇ। ਜਾਣਕਾਰੀ ਦਿੱਤੀ ਗਈ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸਾਧੂ ਸਿੰਘ ਰਾਮ ਭਟਮਾਜਰਾ ਵੱਲੋਂ। ਕਿਸਾਨ ਯੂਨੀਅਨ ਦੇ ਪੰਜਾਬ ਦੇ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਵੱਲੋਂ। ਉਹਨਾਂ ਦੱਸਿਆ ਕਿ ਕਿਸਾਨ ਰੈਲੀ ਦੇ ਵਿੱਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਬਲਵੀਰ ਸਿੰਘ ਰਾਜੇਵਾਲ, ਰਾਕੇਸ਼ ਟਕੈਤ, ਗੁਰਨਾਮ ਚੜੂਨੀ, ਰੁਲਦੂ ਸਿੰਘ ਮਾਨਸਾ, ਬੂਟਾ ਬੁਰਜ਼ਗਿੱਲ, ਦਰਸ਼ਨਪਾਲ, ਜਗਜੀਤ ਸਿੰਘ ਡੱਲੇਵਾਲ ਤੋਂ ਇਲਾਵਾ ਕਿਸਾਨਾਂ ਦੀ ਹਮਾਇਤ ਕਰਨ ਵਾਲੇ ਗਾਇਕ ਵੀ, ਅਦਾਕਾਰ ਵੀ ਉਚੇਚੇ ਤੌਰ ਤੇ ਪਹੁੰਚਣਗੇ। ਉਹਨਾਂ ਦੱਸਿਆ ਕਿ ਇਹ ਮਹਾ ਰੈਲੀ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ ਬਾਅਦ ਦੁਪਹਿਰ 2 ਵਜੇ ਤੱਕ ਚੱਲਦੀ ਰਹੇਗੀ, ਜਿਸ ਦੌਰਾਨ ਕੇਂਦਰ ਸਰਕਾਰ ਦੇ ਬਣਾਏ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਲੋਕਾਂ ਨੂੰ ਹੋਰ ਜਾਗਰੂਕ ਕੀਤਾ ਜਾਏਗਾ। ਉਹਨਾਂ ਦੱਸਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਸੰਘਰਸ਼ ਜਾਰੀ ਹੈ ਅਤੇ ਜਾਰੀ ਰਹੇਗਾ। ਹੁਣ ਤੁਸੀਂ ਦੇਖੋ ਕਿ ਪਿੰਡ ਪਿੰਡ, ਸ਼ਹਿਰ ਸ਼ਹਿਰ ਲੋਕ ਲਾਮਬੰਦ ਹੋ ਰਹੇ ਨੇ। ਗਰਮੀ ਵੀ ਵੱਧ ਰਹੀ ਹੈ, ਦੂਸਰੇ ਪਾਸੇ ਹਾੜੀ ਦਾ ਸੀਜ਼ਨ ਵੀ ਆ ਰਿਹਾ ਹੈ
ਤੇ ਉਧਰ 5 ਸੂਬਿਆਂ ਦੇ ਵਿੱਚ ਚੋਣਾਂ ਵੀ ਹੋ ਰਹੀਆਂ ਨੇ। ਸਥਿਤੀ ਕੀ ਬਣੀ ਹੋਈ ਹੈ, ਪਰ ਸਰਕਾਰ ਇਸ ਵਕਤ ਹਾਲੇ ਟਸ ਤੋਂ ਮਸ ਹੁੰਦੀ ਨਜ਼ਰ ਆ ਨਹੀਂ ਰਹੀ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਦੋਂ ਇਸ ਤਰ੍ਹਾਂ ਦੀ ਕੋਈ ਖਬਰ ਮਿਲਦੀ ਹੈ ਕਿ 3 ਕਾਨੂੰਨ ਰੱਦ ਕਰ ਦਿੱਤੇ ਗਏ। ਹੁਣ ਇੱਕ ਪਾਸੇ ਕਰੋਨਾ ਵਧ ਰਿਹਾ, ਦੂਸਰੇ ਪਾਸੇ ਟੀਕਾਕਰਨ ਦੀ ਮੁਹਿੰਮ ਵੀ ਵਿੱਢੀ ਹੋਈ ਹੈ। ਕੱਲ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਸਮੁੱਚੇ ਭਾਰਤ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ, ਆਨਲਾਈਨ ਮੀਟਿੰਗ ਕੀਤੀ। ਉਹਦੇ ਵਿੱਚ 3 ਮੁੱਖ ਮੰਤਰੀ ਸ਼ਾਮਲ ਹੀ ਸੀ ਹੋਏ, ਇੱਕ ਯੂਪੀ ਦੇ, ਇੱਕ ਛੱਤੀਸਗੜ੍ਹ ਦੇ ਤੇ ਇੱਕ ਪੱਛਮੀ ਬੰਗਾਲ ਦੇ। ਬਾਕੀ ਸਭਨਾਂ ਨੇ ਉਸ ਦੇ ਵਿੱਚ ਹਾਜ਼ਰੀ ਭਰੀ ਅਤੇ ਆਪੋ ਆਪਣੇ ਸੁਝਾਅ ਦਿੱਤੇ ਸੀ। ਪੰਜਾਬ ਦੇ ਵਿੱਚ ਫਿਰ ਇੱਕ ਵਾਰੀ ਕਰੋਨਾ ਕਹਿੰਦੇ ਲਗਾਤਾਰ ਆਪਣਾ ਫਣ ਚੁੱਕ ਰਿਹਾ ਹੈ, ਜਿਸ ਦੇ ਕਾਰਨ 9 ਜ਼ਿਲ੍ਹਿਆਂ ਦੇ ਵਿੱਚ ਰਾਤ ਦਾ ਕਰਫਿਊ ਲਾ ਦਿੱਤਾ ਗਿਆ। ਪਰ ਜ਼ਿਲ੍ਹਾ ਰੂਪਨਗਰ ਦੇ ਵਿੱਚ ਵੀ ਲਗਾਤਾਰ ਕਰੋਨਾ ਦੇ ਕੇਸ ਵਧੇ। ਨਵੇਂ ਆਦੇਸ਼ਾਂ ਤੋਂ ਬਾਅਦ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਅੰਦਰ ਰਾਤ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਨਾਈਟ ਕਰਫਿਊ ਲਾਗੂ ਕਰ ਦਿੱਤਾ ਹੈ। ਪਰ ਹਕੀਕਤ ਕੀ ਹੈ, ਇਹ ਆਪਣੇ ਆਪ ਦੇ ਵਿੱਚ ਹੈਰਾਨੀ ਹੈ। ਨਾਈਟ ਕਰਫਿਊ ਦੇ ਪਹਿਲੇ ਦਿਨ ਰੂਪਨਗਰ ਪੁਲਿਸ ਦੇ ਵੱਲੋਂ ਕਰਫਿਊ ਨੂੰ ਸਖਤੀ ਨਾਲ ਲਾਗੂ ਕਰਵਾਇਆ ਗਿਆ, ਪਰ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਨੇ। ਪੁਲਿਸ ਦੇ ਵੱਲੋਂ ਸ਼ਹਿਰ ਦੇ ਵਿੱਚ ਸਾਰੀਆਂ ਦੁਕਾਨਾਂ 9 ਵਜੇ ਤੱਕ ਪੂਰਨ ਬੰਦ ਕਰਵਾ ਦਿੱਤੀਆਂ ਗਈਆਂ ਕਿ ਭਾਈ 9 ਵਜੇ ਸਭ ਬੰਦ ਕਰੋ, ਨਵੇਂ ਆਦੇਸ਼ ਦੇ ਮੁਤਾਬਕ ਬੰਦ ਕਰਨੀਆਂ ਪੈਣਗੀਆਂ। ਪਰ ਠੇਕਾ ਖੁੱਲ੍ਹਾ ਸੀ, ਹਾਤਾ ਖੁੱਲ੍ਹਾ ਸੀ। ਜੇ ਕਰਫਿਊ ਲੱਗਿਆ ਹੋਇਆ ਤਾਂ ਆਪਣੇ ਆਪ ਦੇ ਵਿੱਚ ਇਹ ਸਵਾਲ ਹੈ, ਜੇ ਕਰਫਿਊ ਲੱਗਿਆ ਫਿਰ ਠੇਕੇ ਤੇ ਕੌਣ ਜਾਵੇਗਾ? ਜੇ ਕਰਫਿਊ ਲੱਗਾ ਹਾਤੇ ਤੇ ਫਿਰ ਕੌਣ ਜਾਵੇਗਾ? ਜੇ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਤਾਂ ਪੁਲਿਸ ਪ੍ਰਸ਼ਾਸਨ ਠੇਕਾ ਖੁੱਲ੍ਹਾ ਦੇਖ ਕੇ ਕਿਉਂ ਕੋਲ ਦੀ ਲੰਘਦਾ ਹੈ? ਹਾਤਾ ਕਿਉਂ ਖੁੱਲ੍ਹਾ ਰੱਖਿਆ ਗਿਆ? ਕਰਫਿਊ ਦਾ ਭਾਵ ਕਿ 9 ਵਜੇ ਤੋਂ ਬਾਅਦ ਸਵੇਰ ਦੇ 5 ਵਜੇ ਤੱਕ ਕੋਈ ਵਿਅਕਤੀ ਸ਼ਹਿਰ ਵਿੱਚ ਨਾ ਆ ਸਕਦਾ ਹੈ ਨਾ ਜਾ ਸਕਦਾ। ਫਿਰ ਸ਼ਰਾਬ ਦਾ ਠੇਕਾ ਖੁੱਲ੍ਹਾ ਰੱਖਣ ਦੀ ਕਿਹੜੀ ਗੱਲ? ਹਾਤਾ ਕਿਉਂ ਖੁੱਲ੍ਹਾ? ਇਹ ਆਪਣੇ ਆਪ ਦੇ ਵਿੱਚ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਅਗਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਦਿੱਲੀ ਮੋਰਚੇ ਤੇ ਕਿਸਾਨ ਜਾ ਵੀ ਰਹੇ ਨੇ ਤੇ ਕਿਸਾਨ ਆ ਵੀ ਰਹੇ ਨੇ। ਬੀਤੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਖਬਰਾਂ ਲਗਾਤਾਰ ਮਿਲੀਆਂ ਨੇ ਕਿ ਬਹੁਤ ਸਾਰੇ ਕਿਸਾਨਾਂ ਦੀ ਮੌਤ ਮੋਰਚੇ ਤੇ ਹੋਈ ਹੈ, ਰਸਤੇ ਵਿੱਚ ਆਉਂਦਿਆਂ ਜਾਂਦਿਆਂ ਦੀ ਹੋਈ ਹੈ, ਜਾਂ ਉੱਥੇ ਬਿਮਾਰ ਹੋਏ ਪਿੰਡ ਆ ਕੇ ਉਹਨਾਂ ਦੀਆਂ ਮੌਤਾਂ ਹੋਈਆਂ ਨੇ। ਆਹ ਖਬਰ ਵੀ ਲਗਭਗ ਇਸੇ ਤਰ੍ਹਾਂ ਦੀ ਖਬਰ ਹੈ। ਦਿੱਲੀ ਮੋਰਚੇ ਤੋਂ ਪਰਤੇ ਸਰਹੱਦੀ ਪਿੰਡ ਨੂਰਪੁਰ ਦੇ ਕਿਸਾਨ, ਜਿਨ੍ਹਾਂ ਦਾ ਨਾਮ ਗਿਆਨ ਸਿੰਘ ਦੱਸਿਆ ਜਾ ਰਿਹਾ ਹੈ, ਉਹਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ ਨੂਰਪੁਰ ਦੇ ਰਹਿਣ ਵਾਲੇ ਗਿਆਨ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸੀ ਅਤੇ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਮੋਰਚੇ ਤੇ ਲਗਾਤਾਰ ਹਾਜ਼ਰੀ ਵੀ ਭਰ ਰਹੇ ਸਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਦੱਸਿਆ ਕਿ ਲਗਭਗ 10 ਕੁ ਦਿਨ ਪਹਿਲਾਂ ਗਿਆਨ ਸਿੰਘ ਦਿੱਲੀ ਮੋਰਚੇ ਤੋਂ ਪਰਤੇ ਸੀ। ਉਹਨਾਂ ਦੱਸਿਆ ਕਿ ਮੋਰਚੇ ਵਿੱਚ ਗਿਆਨ ਸਿੰਘ ਕੁਝ ਢਿੱਲੇ ਮੱਠੇ ਹੋ ਗਏ ਅਤੇ ਅੱਜ ਸਵੇਰੇ ਉਹਨਾਂ ਦੀ ਅਚਨਚੇਤ ਘਰ ਵਿੱਚ ਮੌਤ ਹੋ ਗਈ। ਇਸੇ ਤਰ੍ਹਾਂ ਜਿਹੜੀ ਅਗਲੀ ਖਬਰ ਵੀ ਉਹ ਕਿਸਾਨੀ ਨਾਲ ਜੁੜੀ ਹੈ, ਕਿਸਾਨੀ ਕਰਜ਼ਿਆਂ ਨਾਲ ਜੁੜੀ ਹੈ। ਅੱਜ ਇੱਕ ਪਾਸੇ ਪ੍ਰੈਸ ਕਾਨਫਰੰਸ ਕਰਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਖਿਆ ਕਿ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਗਏ ਹੈ, ਜਿਨ੍ਹਾਂ ਦੇ ਰਹਿੰਦੇ ਹੈ ਉਹਨਾਂ ਦੇ ਮੁਆਫ ਕਰ ਦੇਣੇ ਹੈ। ਕੱਲ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਉਹ ਬਲੂੜ ਦੇ ਨੇੜੇ 10 ਕਿਸਾਨਾਂ ਨੂੰ ਕੁਰਕੀ ਦੇ ਨੋਟਿਸ ਆ ਗਏ ਨੇ। ਉਹਨਾਂ ਦੀ ਜ਼ਮੀਨ ਵੀ 2 ਏਕੜ ਤੋਂ ਘੱਟ ਸੀ। ਸਰਕਾਰ ਦਾਅਵਾ ਕਰ ਰਹੀ ਹੈ ਕਿ 2.5 ਏਕੜ ਤੋਂ ਘੱਟ ਵਾਲੇ ਕਿਸਾਨਾਂ ਨੂੰ ਪਹਿਲ ਦੇ ਆਧਾਰ ਤੇ ਕਰਜ਼ ਮੁਆਫੀ ਮਿਲੀ ਹੈ। ਆਹ ਜਾਣਕਾਰੀ ਮਿਲੀ ਹੈ ਜ਼ਿਲ੍ਹਾ ਸੰਗਰੂਰ ਦੇ ਪਿੰਡ ਉੱਭਾਵਾਲ ਤੋਂ। ਪਿੰਡ ਉੱਭਾਵਾਲ ਦੇ ਇੱਕ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਬੀਤੀ ਰਾਤ ਆਪਣੇ ਘਰ ਵਿੱਚ ਖੁਦਕੁਸ਼ੀ ਕੀਤੀ ਹੈ। ਉਹ ਕਰਜ਼ੇ ਅਤੇ ਕਰਜ਼ਾ ਵਸੂਲੀ ਦੇ ਮਿਲੇ ਨੋਟਿਸ ਤੋਂ ਪਰੇਸ਼ਾਨ ਸੀ। ਜਾਣਕਾਰੀ ਮਿਲੀ ਹੈ ਕਿ 45 ਵਰ੍ਹਿਆਂ ਦੇ ਹਰਪਾਲ ਸਿੰਘ, ਜਿਨ੍ਹਾਂ ਦਾ ਪਿੰਡ ਉੱਭਾਵਾਲ ਸੀ, ਉਹਦੇ ਕੋਲੇ ਸਿਰਫ 1 ਏਕੜ ਜ਼ਮੀਨ ਸੀ। ਸਰਕਾਰ ਤਾਂ ਕਹਿੰਦੀ ਹੈ ਨਾ 2.5 ਏਕੜ ਵਾਲਿਆਂ ਤੋਂ ਘੱਟ ਵਾਲਿਆਂ ਦੇ ਮੁਆਫ ਕਰ ਦਿੱਤੇ। ਮੈਂ ਮੰਨ ਲੈਂਦਾ ਜੇਕਰ 3 ਏਕੜ ਵੀ ਹੁੰਦੀ, 4 ਵੀ ਹੁੰਦੀ, 2.25 ਵੀ ਹੁੰਦੀ, ਪਰ ਹਰਪਾਲ ਸਿੰਘ ਕੋਲ ਸਿਰਫ 1 ਏਕੜ ਜ਼ਮੀਨ ਸੀ। ਪਿਛਲੇ ਮਹੀਨੇ ਉਸ ਨੂੰ ਕੋਆਪਰੇਟਿਵ ਸੁਸਾਇਟੀ ਦੇ ਲਗਭਗ 75,000 ਰੁਪਏ ਕਰਜ਼ ਦੀ ਵਸੂਲੀ ਦਾ ਨੋਟਿਸ ਉਹਨਾਂ ਦੇ ਪਿਤਾ ਦੇ ਨਾਮ ਤੇ ਮਿਲਿਆ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਰਪਾਲ ਸਿੰਘ ਦੇ ਸਿਰ ਤੇ ਪਿੰਡ ਦੀ ਬੈਂਕ ਦਾ ਲਗਭਗ 2 ਲੱਖ ਦਾ ਕਰਜ਼, ਆੜਤੀ ਦਾ ਲਗਭਗ 1.5-2 ਲੱਖ ਦਾ ਕਰਜ਼ ਅਤੇ ਕੋਆਪਰੇਟਿਵ ਸੁਸਾਇਟੀ ਦਾ 1,15,000 ਰੁਪਏ ਦਾ ਕਰਜ਼ ਸੀ। ਹਰਪਾਲ ਸਿੰਘ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਲਗਭਗ 1 ਮਹੀਨਾ ਲਗਾ ਕੇ ਪਿੰਡ ਪਰਤਿਆ ਸੀ। ਕਿਸਾਨ ਆਗੂ ਨੇ ਦੱਸਿਆ ਕਿ 1 ਏਕੜ ਜ਼ਮੀਨ ਦੇ ਮਾਲਕ ਕਿਸਾਨ
ਜਿਨ੍ਹਾਂ ਨੇ ਅੱਜ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਸਿਰਫ 75,000 ਰੁਪਏ ਦਾ ਕਰਜ਼ ਸਰਕਾਰ ਨੇ ਉਹਦਾ ਮਾਫ ਨਹੀਂ ਕੀਤਾ, ਜਦੋਂ ਕਿ ਸਰਕਾਰ ਦਾਅਵੇ ਕਰ ਰਹੀ ਹੈ ਕਿ 2.5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜ਼ ਮੁਆਫ ਕੀਤਾ। ਨਾਲ ਤਾਂ ਏਕੜ 2.5 ਤੋਂ ਘੱਟ ਨਹੀਂ, ਨਾਲੇ ਕਰਜ਼ ਵੀ 2 ਲੱਖ ਤੋਂ ਘੱਟ ਹੈ। ਫਿਰ ਇਹ ਦੱਸੋ ਕਿ ਸਰਕਾਰ ਦਾ ਇਹਨਾਂ ਦੋਵਾਂ ਵਿੱਚੋਂ ਕਿਹੜਾ ਮਾਪਦੰਡ, ਕਿਹੜਾ ਪੈਰਾਮੀਟਰ ਸਹੀ ਹੈ। ਹੁਣ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦਾ ਸਾਰਾ ਕਰਜ਼ ਮੁਆਫ ਕੀਤਾ ਜਾਵੇ, ਇਸ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ, ਇਸ ਮ੍ਰਿਤਕ ਕਿਸਾਨ ਦੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ। ਪਰ ਸਰਕਾਰ ਦਿੰਦੀ ਹੈ ਜਾਂ ਨਹੀਂ ਦਿੰਦੀ, ਇਹ ਮੰਗ ਕੀਤੀ ਹੈ। ਪਰ ਸਰਕਾਰ ਨੇ ਜਿਹੜੇ ਅੱਜ ਵੀ ਦਾਅਵੇ ਕੀਤੇ ਹੈ, ਵਾਅਦੇ ਕੀਤੇ ਸੀ, ਉਹਨਾਂ ਦੀ ਫੂਕ ਦੇਖੋ ਕਿ ਭਾਵੇਂ ਉਹ ਤਰਨਤਾਰਨ ਵਾਲੇ ਪਾਸੇ ਗੋਲੀਆਂ ਚੱਲੀਆਂ ਨੇ, ਭਾਵੇਂ ਆ ਕਿਸਾਨਾਂ ਦੀ ਕੁਰਕੀ ਦੀਆਂ ਖਬਰਾਂ ਨੇ, ਭਾਵੇਂ ਸਰਕਾਰ ਦਾਅਵੇ ਕਰ ਰਹੀ ਹੈ ਪਰ ਦਾਅਵੇ ਖੋਖਲੇ ਨਜ਼ਰ ਆ ਰਹੇ ਹੈ। ਸੋ ਦੋਸਤੋ, ਇਹ ਅੱਜ ਦਾ ਪ੍ਰੋਗਰਾਮ ਸੀ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਸੱਚਮੁੱਚ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।